ਸੋ ਮਨ ਬਹੁਤ ਖੁਸ਼ ਹੈ ਕਿ ਇੱਕ ਅਜਿਹੀ ਪਾਰਟੀ ਦਾ ਹਿੱਸਾ ਆ ਜਿਨ੍ਹਾਂ ਨੇ 1 ਸਾਲ ਦੇ ਵਿੱਚ ਉਹ ਕੰਮ ਕੀਤੇ ਆ ਜਿਹੜੇ ਪਿਛਲੇ 70 ਸਾਲ ਸਰਕਾਰਾਂ ਨੇ ਨਹੀਂ ਸੀ ਕੀਤੇ। देखो इस तरह है कि विपक्ष ने तो कुछ ना कुछ तो करना ही, क्योंकि सारे वेले होके बैठ गए है। सो ओपोजिशन का काम तो वो करते ही पे ने। तो साडा अजकल चल रहा है कि बीजेपी एक अजिही वॉशिंग मशीन है कि जिहड़ा बंदा भी उत्थे जांदा है फिर वो उहदे पाप धुल जाते हैं। सो ये एक वड्डा रीजन है बीजेपी च जाण दा। ਤੁਸੀਂ ਮੈਨੂੰ ਸਿਰਫ ਵਿਰੋਧੀਆਂ ਵਾਲੀ ਗੱਲ ਨਾ ਦੱਸੋ, ਮੈਂ ਤਾਂ ਲੋਕਾਂ ਦੀ ਗੱਲ ਦੱਸਦੀ ਹਾਂ, ਮੈਂ ਤਾਂ ਵਿਰੋਧੀਆਂ ਦੀ ਗੱਲ ਹੀ ਨਹੀਂ ਕਰਨੀ। ਉਹ ਮੈਂ ਵਿਰੋਧੀਆਂ ਦਾ ਵਿਰੋਧ ਤੇ ਆਦਤਨ ਵਿਰੋਧ ਹੈ, ਇਸ ਲਈ ਅਸੀਂ ਉਹਨੂੰ ਲੈਣਾ ਨਹੀਂ। ਹੈਲਦੀ ਵਿਰੋਧ ਜਦੋਂ ਕਰਨਗੇ ਉਹਦੇ ਤੇ ਜ਼ਰੂਰ ਅਸੀਂ ਓਪਨ ਹੈਗੇ ਆ। ਦੇਖੋ ਇਹ ਜਿਹੜਾ ਇੱਕ ਵਰਡ ਹੁੰਦਾ ਨਾ ਫ੍ਰੀ ਦੀਆਂ ਰਿਓੜੀਆਂ ਜਾਂ ਫ੍ਰੀ ਬੀਜ਼, ਮੈਂ ਇਹ ਮੰਨਦੀ ਹਾਂ ਕਿ ਉਹ ਹਾਰੀਆਂ ਹੋਈਆਂ ਪਾਰਟੀਆਂ ਜਿਹੜੀਆਂ ਨੇ ਨਾ ਉਹ ਯੂਜ਼ ਕਰਦੀਆਂ ਨੇ। ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਕਿ ਸਾਨੂੰ ਤਾਂ ਡੋਰ ਟੂ ਡੋਰ ਵੀ ਕਰਨ ਦੀ ਲੋੜ ਨਹੀਂ ਹੈ, ਸਾਡੇ ਤੇ ਨਾ ਹੀ ਲੋਕਾਂ ਦੇ ਵਿੱਚ ਇੰਨੇ ਚਰਚਿਤ ਹੈ ਕਿ ਸਾਨੂੰ ਲੋਕਾਂ ਤੱਕ ਜਾਣ ਦੀ ਲੋੜ ਨਹੀਂ ਹੈ। ਉਹਦਾ ਐਗਜ਼ਾਮਪਲ ਤੁਸੀਂ ਖੁਦ ਦਿਓ। ਉਸ ਤੋਂ ਬਾਅਦ ਉਹ ਕਹਿੰਦੇ ਸੀ ਕਿ ਜਿੱਤ ਨਹੀਂ ਸਕਦੇ ਜੀ, ਜਿੱਤਣ ਤੋਂ ਬਾਅਦ ਕਹਿੰਦੇ ਸੀ ਸਰਕਾਰ ਨਹੀਂ ਬਣਨੀ ਇਹਨਾਂ ਕੋਲੋਂ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਉਹਨਾਂ ਨੇ ਤੇ ਇਹੀ ਕੁਝ ਕਹੀ ਜਾਣਾ ਹੈ। ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦੀ ਆੜ ਦੇ ਵਿੱਚ ਇਹੋ ਜਿਹਾ ਕੰਮ ਕਦੇ ਵੀ ਕਰਨਾ ਨਹੀਂ ਚਾਹੀਦਾ। ਅਸੀਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿੰਦੇ ਆ, ਪਰ ਗੁਰੂ ਸਾਹਿਬ ਨੂੰ ਅਸੀਂ ਕਿਸ ਕੰਮ ਲਈ ਵਰਤਦੇ ਪਏ ਆ, ਇਹ ਕਦੇ ਵੀ ਹੋਣਾ ਨਹੀਂ ਚਾਹੀਦਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 1 ਸਾਲ ਦੀ ਹੋ ਚੁੱਕੀ ਹੈ। ਤਾਂ 1 ਸਾਲ ਪਹਿਲੇ ਇੱਕ ਪੰਜਾਬ ਦੇ ਵਿੱਚ ਇੱਕ ਹਨੇਰੀ ਆਈ ਜਿਸ ਦੇ ਵਿੱਚ ਕਿ ਬਹੁਤ ਸਾਰੇ ਵੱਡੇ ਨਾਮ ਹਾਰੇ ਗਏ, ਲੇਕਿਨ ਉਸ ਤੋਂ ਬਾਅਦ ਇੱਕ ਪਾਰਟੀ ਉੱਭਰ ਕੇ ਆਈ, ਆਮ ਆਦਮੀ ਪਾਰਟੀ। ਤਾਂ ਅੱਜ ਅਸੀਂ ਇਸ 1 ਸਾਲ ਦੇ ਜਸ਼ਨ ਦੀ ਚਰਚਾ ਕਰਾਂਗੇ ਉਸ ਮਹਿਲਾ ਦੇ ਨਾਲ ਜਿਸ ਨੇ ਕਿ ਪੰਜਾਬ ਦੇ 2 ਵੱਡੇ ਲੀਡਰਾਂ ਨੂੰ ਹਰਾਇਆ। ਜੀ ਹਾਂ, ਗੱਲ ਕਰ ਰਹੇ ਹਾਂ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ। ਉਹਨਾਂ ਨੂੰ ਹਰਾਉਣ ਵਾਲੇ ਮੈਡਮ ਜੀਵਨਜੋਤ ਕੌਰ। ਸਤਿ ਸ਼੍ਰੀ ਅਕਾਲ। ਤਾਂ ਸਭ ਤੋਂ ਪਹਿਲਾਂ ਮੈਡਮ 1 ਸਾਲ ਦੀ ਬਹੁਤ ਬਹੁਤ ਵਧਾਈ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤਾਂ ਇੱਕ ਬੜੀ ਵੱਡੀ ਪਰਸੈਪਸ਼ਨ ਸੀ ਕਿ 2 ਮਹਾਰਥੀ ਸੀ, ਤਾਂ 2 ਮਹਾਰਥੀਆਂ ਦੇ ਅੱਗੇ ਤੁਸੀਂ ਆਏ ਤਾਂ ਕਿਹਾ ਜਾਂਦਾ ਸੀ ਕਿ ਤੁਸੀਂ ਜਿੱਤ ਨਹੀਂ ਸਕਦੇ, ਪਰ ਤੁਸੀਂ ਜਿੱਤ ਕੇ ਦਿਖਾਇਆ। ਔਰ 1 ਸਾਲ ਬਾਅਦ ਅੱਜ ਸਿਚੁਏਸ਼ਨ ਕਿੱਦਾਂ ਦੀ ਹੈ? ਦੇਖੋ ਪਹਿਲੇ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਸੀਗਾ ਨਾ ਕਿ ਸਾਨੂੰ ਕਿਤੇ ਵੀ ਕੰਪੀਟੀਸ਼ਨ 'ਚ ਮੰਨਿਆ ਨਹੀਂ ਸੀ ਜਾ ਰਿਹਾ ਉਸ ਟਾਈਮ ਤੇ, ਪਰ ਉਹ ਇੱਕ ਮੀਡੀਆ ਪਰਸੈਪਸ਼ਨ ਸੀਗਾ। ਮੈਂ ਜਦੋਂ ਲੋਕਾਂ 'ਚ ਜਾਂਦੀ ਸੀ ਤਾਂ ਮੈਂ ਅਕਸਰ ਗੱਲ ਕਰਦੀ ਹਾਂ ਕਿ ਲੋਕ ਤੇ ਮੈਨੂੰ ਇਹੀ ਕਹਿੰਦੇ ਸੀ ਕਿ ਧੀਏ ਘਰ ਜਾ ਕੇ ਅਵੇਸਲੀ ਹੋ ਕੇ ਸੌਂ ਜਾ, ਤੂੰ ਜਿੱਤੀ ਪਈ ਹੈ, ਜਾਂ ਤੁਸੀਂ ਤਾਂ ਮੈਡਮ ਹੁਣ ਆਏ ਹੋ, ਅਸੀਂ ਤਾਂ ਪਹਿਲੇ ਤੋਂ ਮਨ ਬਣਾਇਆ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਾ ਹੈ। ਸੋ ਰਿਣੀ ਰਵਾਂਗੇ ਲੋਕਾਂ ਦੇ ਹਮੇਸ਼ਾ ਤੋਂ, ਕਿਉਂਕਿ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਪੰਜਾਬ ਦੇ ਲੋਕਾਂ ਨੇ ਸਾਡੇ ਤੇ ਬਹੁਤ ਵਿਸ਼ਵਾਸ ਕੀਤਾ ਔਰ ਇੱਕ ਬਹੁਤ ਤਕੜਾ ਭਾਰਾ ਮੈਂਡੇਟ ਦਿੱਤਾ। ਔਰ ਨਾਲ ਹੀ ਉਸ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ 1 ਸਾਲ ਕੰਪਲੀਟ ਹੋ ਗਿਆ। ਸੋ ਮਨ ਬਹੁਤ ਖੁਸ਼ ਹੈ ਕਿ ਇੱਕ ਅਜਿਹੀ ਪਾਰਟੀ ਦਾ ਹਿੱਸਾ ਆ ਜਿਨ੍ਹਾਂ ਨੇ 1 ਸਾਲ ਦੇ ਵਿੱਚ ਉਹ ਕੰਮ ਕੀਤੇ ਆ ਜਿਹੜੇ ਪਿਛਲੇ 70 ਸਾਲ ਸਰਕਾਰਾਂ ਨੇ ਨਹੀਂ ਸੀ ਕੀਤੇ। ਸੋ ਜਿੰਨੇ ਅਸੀਂ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਕਰਨੇ ਹੀ ਨੇ ਔਰ ਕਰ ਵੀ ਰਹੇ ਹਾਂ। ਅਦਰ ਦੈਨ ਦੈਟ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿਹੜੇ ਪੰਜਾਬ ਨੂੰ, ਜਿਹਨੂੰ ਅਸੀਂ ਕਹਿੰਦੇ ਕਿ ਡਿਵੈਲਪਮੈਂਟ ਦੀ ਰਾਹ ਦੇ ਉੱਤੇ ਆ, ਜਿਹੜੇ ਰੰਗਲੇ ਪੰਜਾਬ ਦੀ ਹਮੇਸ਼ਾ ਮਾਨ ਸਾਹਿਬ ਗੱਲ ਕਰਦੇ ਨੇ। ਖੁਸ਼ੀ ਹੈ ਕਿ ਅਸੀਂ ਉਹਦੇ ਉੱਤੇ ਚੱਲਦੇ ਪਏ ਹਾਂ। ਪਰ ਲਾਅ ਐਂਡ ਆਰਡਰ ਦੇ ਉੱਤੇ ਬਹੁਤ ਸਵਾਲ ਖੜੇ ਹੁੰਦੇ, ਕਿਉਂਕਿ 1 ਸਾਲ ਦਾ ਟੈਨਿਓਰ ਦੀ ਗੱਲ ਕਰੀਏ, ਸਿੱਧੂ ਮੂਸੇਵਾਲਾ ਕਤਲकांड ਹੁੰਦਾ, ਸੰਦੀਪ ਨੰਬਲ ਅੰਗੀਆ ਦਾ ਵੀ ਜਿਹੜਾ ਹੈ ਉਹਦਾ ਵੀ ਮਰਡਰ ਹੁੰਦਾ। ਤਾਂ ਉਹਨੂੰ ਲੈ ਕੇ ਜਿਹੜੇ ਇੱਕ ਬਹੁਤ ਵੱਡੇ ਸਵਾਲ ਜਿਹੜੇ ਨੇ, ਇੱਕ ਤਰ੍ਹਾਂ ਦਾ ਦਾਗ ਜਿਹੜਾ ਹੈ ਇੱਕ ਪੰਜਾਬ ਸਰਕਾਰ ਤੇ ਲੱਗਦਾ। ਦੇਖੋ ਇਸ ਤਰ੍ਹਾਂ ਹੈ ਕਿ ਮਾਨ ਸਾਹਿਬ ਨੇ ਕੱਲ੍ਹ ਵੀ ਇੱਕ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਧਿਆਨ ਪੰਜਾਬ ਦੇ ਇੱਕ ਸੈਕਿੰਡ ਦੀ ਜੋ ਮੂਵਮੈਂਟ ਹੋ ਰਹੀ ਹੈ ਉਹਦੇ ਉੱਤੇ ਹੈ। ਔਰ ਅਸੀਂ ਇਸ ਗੱਲ ਤੇ ਬਹੁਤ ਕਲੀਅਰ ਹਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਸਮੇਂ-ਸਮੇਂ ਤੇ ਉੱਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਬਟ ਹੈਵਿੰਗ ਸੈਡ ਦੈਟ ਪੰਜਾਬ ਸਰਕਾਰ, ਮਾਨ ਸਰਕਾਰ ਇਸ ਗੱਲ ਦੇ ਉੱਤੇ ਬਹੁਤ ਕਲੀਅਰ ਹੈ ਕਿ ਇਹੋ ਜਿਹੀਆਂ ਤਾਕਤਾਂ ਨੂੰ ਅਸੀਂ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿਆਂਗੇ। ਬਟ ਉਹਨੂੰ ਜਸਟਿਸ ਹਾਲੇ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਵੀ ਕਹਿ ਰਿਹਾ ਕਿ ਸਾਨੂੰ ਜਸਟਿਸ ਨਹੀਂ ਮਿਲਿਆ। ਦੇਖੋ ਇਸ ਤਰ੍ਹਾਂ ਹੈ ਕਿ ਮੇਰਾ ਖਿਆਲ ਵਿਦਿਨ ਅ ਫਿਊ ਡੇਜ਼ ਜੋ ਕੜੀ ਜਿਵੇਂ ਜੁੜਦੀ ਗਈ ਹੈ, ਅਰੈਸਟ ਹੁੰਦੀਆਂ ਗਈਆਂ ਨੇ ਔਰ ਉਹਦੇ ਤੇ ਜੋ ਵੀ ਕਾਰਵਾਈ ਹੈਗੀ ਹੈ ਉਹ ਜਿੰਨੀ ਜਲਦੀ ਹੋ ਸਕਦੀ ਸੀ ਉਹ ਕੀਤੀ ਗਈ ਹੈ। ਔਰ ਜਿਹੜੀ ਵੀ ਇਨਕੁਆਇਰੀ ਹੈ ਉਹ ਚੱਲਦੀ ਪਈ ਹੈ ਔਰ ਇਹਦੇ ਤੇ ਬਹੁਤ ਫੇਅਰ ਇਨਕੁਆਇਰੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਉਹ ਮਿਲੇਗਾ। ਪਰ ਵਿਪਕਸ਼ ਸਿੱਧੇ ਤੌਰ ਦੇ ਉੱਤੇ ਤੁਹਾਡੇ ਤੇ ਬਲੇਮ ਕਰ ਰਿਹਾ ਜੀ। ਬਿਕਰਮ ਮਜੀਠੀਆ ਕਹਿ ਰਹੇ ਨੇ ਜੀ ਕਿ ਜਿਹੜਾ ਮਾਫੀਆ ਕਾਂਗਰਸ ਦੀ ਸਰਕਾਰ 'ਚ ਚੱਲਦਾ ਸੀ, ਸੇਮ ਮਾਫੀਆ, ਰੇਤ ਮਾਫੀਆ ਦਾ ਤੁਹਾਡੀ ਸਰਕਾਰ ਦੇ ਵਿੱਚ ਵੀ ਪੂਰਾ ਚੱਲ ਰਿਹਾ।
ਦੇਖੋ ਇਸ ਤਰ੍ਹਾਂ ਹੈ ਕਿ ਵਿਪਕਸ਼ ਨੇ ਤਾਂ ਕੁਛ ਨਾ ਕੁਛ ਤੇ ਕਰਨਾ ਹੀ, ਕਿਉਂਕਿ ਸਾਰੇ ਵਿਹਲੇ ਹੋ ਕੇ ਬੈਠ ਗਏ ਹੈ। ਸੋ ਆਪੋਜੀਸ਼ਨ ਦਾ ਕੰਮ ਤਾਂ ਉਹ ਕਰਦੇ ਹੀ ਪਏ ਨੇ। ਪਰ ਨਾਲ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਵਾਹਿਦ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਹਦੀ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਹੈਗੀ ਹੈ ਸਾਡੇ, ਔਰ ਉਹਦੀ ਐਗਜ਼ਾਮਪਲ ਸਾਡੇ ਇੱਕ ਮੰਤਰੀ ਸਾਹਿਬ, ਸਾਡੇ ਇੱਕ MLA ਸਾਹਿਬ ਨੇ ਕਿ ਕਿਸੇ ਨੂੰ ਵੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਂਦਾ ਹੈ। ਜਦੋਂ ਵੀ ਕਿਸੇ ਨੂੰ, ਜੇ ਕਿਸੇ ਦੇ ਪ੍ਰੂਫ ਹੱਥ ਵਿੱਚ ਆ ਜਾਂਦੇ, ਜਦੋਂ ਇਹ ਗੱਲ ਪ੍ਰੂਵ ਹੋ ਜਾਂਦੀ ਹੈ, ਉਹ ਅਸੀਂ ਉਸ ਨੂੰ ਬਿਲਕੁਲ ਵੀ ਲੀਨੀਅੰਟਲੀ ਨਹੀਂ ਲੈਂਦੇ। ਪਰ ਵਿਰੋਧੀ ਨੂੰ ਡਰਾਮਾ ਦੱਸਦੇ, ਕਹਿੰਦੇ ਇੱਕ ਡਰਾਮਾ ਕਰਦੇ ਹੋ, ਪ੍ਰੀ ਪਲਾਨਡ ਇਹ ਚੀਜ਼ਾਂ ਆਈਆਂ। ਦੇਖੋ ਵਿਰੋਧੀਆਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਹੈ। ਮੈਂ ਤਾਂ ਅੱਗੇ ਵੀ ਕਿਹਾ ਵੀ ਹੁਣ ਬਿਲਕੁਲ ਵਿਹਲੇ ਹੋ ਕੇ ਬੈਠ ਗਏ ਨੇ, ਕੋਈ ਕੰਮ ਉਹਨਾਂ ਕੋਲ ਹੈ ਨਹੀਂ ਹੈ। ਸੋ ਉਹਨਾਂ ਨੇ ਇੱਕ ਹੁੰਦਾ ਹੈ ਹੈਲਦੀ ਵਿਰੋਧ ਕਰਨਾ, ਉਹ ਚੰਗੀ ਗੱਲ ਹੈ, ਅਸੀਂ ਚਾਹਾਂਗੇ। ਪਰ ਇੱਕ ਹੁੰਦਾ ਕਿ ਸਿਰਫ ਵਿਰੋਧ ਕਰਨ ਕਰਕੇ ਵਿਰੋਧ ਕਰੀ ਜਾਣਾ, ਤੇ ਉਹ ਕੋਈ ਚੰਗੀ ਗੱਲ ਨਹੀਂ ਹੈ। ਇਸ ਤੋਂ ਇਲਾਵਾ ਜਿਹੜੇ ਦੂਸਰੇ ਮੁੱਦਿਆਂ ਦੀ ਅਗਰ ਅਸੀਂ ਗੱਲ ਕਰ ਲਈਏ ਤਾਂ ਅਗਰ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਮੈਂਡੇਟ ਮਿਲਿਆ, 92 MLA ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਦੇਖਣ ਨੂੰ ਮਿਲਿਆ, ਪਰ ਉਸ ਤੋਂ ਬਾਅਦ ਸ਼ਮੂਲੀਅਤ ਜਿਹੜੀ ਹੈ ਉਹ BJP 'ਚ ਹੋ ਰਹੀ ਹੈ। ਜਿਹੜੇ ਨਵੇਂ ਲੀਡਰ ਜਾ ਰਹੇ ਆ ਜਾਂ ਕੋਈ ਪਾਰਟੀ ਛੱਡ ਰਹੇ, ਉਹ BJP 'ਚ ਜਾ ਰਿਹਾ। ਆਮ ਆਦਮੀ ਪਾਰਟੀ 'ਚ ਜੁਆਇਨਿੰਗ ਕਿਉਂ ਨਹੀਂ ਹੈ? ਦੇਖੋ ਜੇ ਮੈਂ ਗੱਲ ਕਰਾਂ ਲੀਡਰਸ ਦੀਆਂ, ਜਿਹੜੇ ਕਰੀਅਰ ਪੋਲੀਟੀਸ਼ੀਅਨਸ ਹੈ, ਠੀਕ ਹੈ, ਉਹ ਹੁਣ ਜਦੋਂ ਪਾਵਰ 'ਚ ਸੀਗੇ ਤੇ ਇੰਨਾ ਕੁ ਘਮੰਡ, ਇੰਨਾ ਸੱਤਾ ਦਾ ਘਮੰਡ ਸੀ ਔਰ ਇੰਨਾ ਕਰਪਸ਼ਨ ਕਰ ਚੁੱਕੇ ਨੇ। ਤੇ ਉਹ ਸਾਡਾ ਅੱਜ ਕੱਲ੍ਹ ਚੱਲ ਰਿਹਾ ਇੱਕ ਕਿ BJP ਇੱਕ ਅਜਿਹੀ ਵਾਸ਼ਿੰਗ ਮਸ਼ੀਨ ਹੈ ਕਿ ਜਿਹੜਾ ਬੰਦਾ ਵੀ ਉੱਥੇ ਜਾਂਦਾ ਹੈ ਫਿਰ ਉਹ ਉਹਦੇ ਪਾਪ ਧੁਲ ਜਾਂਦੇ ਆ। ਸੋ ਇਹ ਇੱਕ ਵੱਡਾ ਰੀਜ਼ਨ ਹੈ BJP 'ਚ ਜਾਣ ਦਾ। ਬਾਕੀ ਅਜਿਹੀ ਗੱਲ ਨਹੀਂ ਹੈ। ਸਾਨੂੰ ਬਹੁਤ ਸਾਰੀਆਂ ਕਾਲਸ ਮੈਨੂੰ ਹੀ ਆਉਂਦੀਆਂ ਨੇ, ਇੱਥੇ ਵੀ ਬਹੁਤ ਸਾਰੀਆਂ ਜੁਆਇਨਿੰਗਸ ਲਈ ਲੋਕ ਤਿਆਰ ਬੈਠੇ ਨੇ, ਔਰ ਦੂਜੀਆਂ ਪਾਰਟੀਆਂ ਦੇ ਲੋਕ ਸਾਨੂੰ ਜੁਆਇਨ ਕਰਨਾ ਚਾਹੁੰਦੇ ਆ। ਉਹਦੇ ਵਿੱਚ ਅਸੀਂ ਸਿਲੈਕਟਿਵ ਹਾਂ, ਕਿਉਂਕਿ ਸਾਡਾ ਵੋਲੰਟੀਅਰ ਜਿਹੜਾ ਸਾਡੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ, ਉਹਨਾਂ ਦੇ ਸੈਂਟੀਮੈਂਟਸ ਨੂੰ ਧਿਆਨ 'ਚ ਰੱਖਦੇ ਹੋਏ ਸਾਨੂੰ ਲੱਗਦਾ ਕਿ ਸਾਡਾ ਵੋਲੰਟੀਅਰ ਨਾਰਾਜ਼ ਹੁੰਦਾ। ਉਹਨਾਂ ਨੂੰ ਲੱਗਦਾ ਕਿ ਕੁਛ ਦਿਨ ਪਹਿਲੇ ਜਿਹੜੇ ਲੋਕ ਸਾਡੇ ਪੋਸਟਰਸ ਫਾੜ ਰਹੇ ਸੀ, ਕੁਛ ਦਿਨ ਪਹਿਲੇ ਜਿਹੜੇ ਲੋਕ ਸਾਡਾ ਵਿਰੋਧ ਕਰ ਰਹੇ ਸੀਗੇ, ਅੱਜ ਉਹ ਸਾਡੇ ਨਾਲ ਅਗਰ ਆ ਕੇ ਜੁੜਦੇ ਨੇ ਤਾਂ ਖੁਸ਼ ਨਹੀਂ। ਕਾਉਂਸਲਰ ਲੈਣ ਦੀ ਕਿਉਂ ਲੋੜ ਪਈ ਪੂਰੇ ਪੰਜਾਬ ਦੇ ਵਿੱਚ? ਦੇਖੋ ਉਹ ਇੱਕ ਜਿੱਤਣ ਤੋਂ ਕੁਛ ਦਿਨ ਪਹਿਲੇ ਜਿੱਦਾਂ ਸਾਡੇ ਮੇਅਰ ਸਾਹਿਬ ਨੇ ਸਾਨੂੰ ਜੁਆਇਨ ਕੀਤਾ ਸੀਗਾ, ਤੇ ਅਸੀਂ ਮੰਨਦੇ ਹਾਂ ਕਿ ਸਾਡੇ ਕੁਛ ਕਾਉਂਸਲਰਸ ਜਿਹੜੇ ਨੇ ਉਹ ਸਾਡੀ ਪਾਰਟੀ ਦੇ ਵਿੱਚ ਲਏ ਗਏ, ਆਮ ਆਦਮੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਜਿਹੜੇ ਕਾਉਂਸਲਰਸ ਸੀਗੇ, ਔਰ ਸਾਡੇ ਵੋਲੰਟੀਅਰਸ ਨੇ ਉਸ ਚੀਜ਼ ਦਾ ਬੁਰਾ ਵੀ ਮਨਾਇਆ। ਪਰ ਜਦੋਂ ਉਹਨਾਂ ਨੂੰ ਇੱਕ ਚੀਜ਼ ਸਮਝਾਈ ਗਈ ਸੀਗੀ ਕਿ ਉਹ ਕਿਤੇ ਨਾ ਕਿਤੇ ਮੇਅਰਸ਼ਿਪ ਜਿਹੜੀ ਹੈਗੀ ਉਹ ਬਚਾਉਣ ਦੇ ਲਈ ਉਹਨਾਂ ਨੇ ਉਹ ਜੁਆਇਨ ਕਰਾ ਲਿਆ। ਔਰ ਮੈਂ ਅਗਰ ਆਪਣੇ ਹਲਕੇ ਦੀ ਗੱਲ ਕਰਦੀ ਹਾਂ ਤਾਂ ਮੋਮੈਂਟਰੀਲੀ ਮੇਰੇ ਵੋਲੰਟੀਅਰਸ ਨੂੰ ਉਸ ਚੀਜ਼ ਦਾ ਗੁੱਸਾ ਆਇਆ ਸੀ, ਪਰ ਅਸੀਂ ਉਹਨੂੰ ਮੈਨੇਜ ਕਰ ਲਿਆ। ਮਤਲਬ ਸਾਡੇ ਵੋਲੰਟੀਅਰਸ ਨੂੰ ਕਿਤੇ ਵੀ ਪੈਰ ਤੇ ਇਸ ਤਰ੍ਹਾਂ ਦੀ ਮੁਸੀਬਤ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ ਕਿ ਉਹਨਾਂ ਨੂੰ ਲੱਗੇ ਕਿ ਜੀ ਉਹ ਜੁਆਇਨ ਕਰਾ ਲੇ ਤੇ ਇਸ ਕਰਕੇ ਸਾਨੂੰ ਕੋਈ ਪੁੱਛ ਨਹੀਂ ਹੋ ਰਹੀ ਹੈ। ਇਹ ਉਹਨਾਂ ਨੂੰ ਕਲੀਅਰ ਕਰਤਾ ਗਿਆ ਸੀ ਕਿ ਤੁਹਾਨੂੰ ਪਹਿਲ ਦਿੱਤੀ ਜਾਏਗੀ। ਮੈਮ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਇਸ਼ਤਿਹਾਰੀ ਪਾਰਟੀ ਹੈ, ਐਡਵਰਟਾਈਜ਼ਮੈਂਟ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ, ਲੇਕਿਨ ਜ਼ਮੀਨੀ ਪੱਧਰ ਤੇ ਕੰਮ ਨਹੀਂ ਨਜ਼ਰ ਆ ਰਹੇ। ਦੇਖੋ ਮੇਰਾ ਖਿਆਲ ਅਗਰ ਤੁਸੀਂ ਅੱਜ ਗਰਾਊਂਡ ਤੇ ਜਾ ਕੇ ਲੋਕਾਂ ਨੂੰ ਪੁੱਛਦੇ ਹੋ ਤਾਂ 85% ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ। ਔਰ ਮੈਂ ਵੀ ਆਪਣੇ ਮੁਹੱਲੇ ਦੇ ਵਿੱਚ ਹਲਕੇ ਦੇ ਵਿੱਚ ਮੇਰੇ 3 ਮੁਹੱਲਾ ਕਲੀਨਿਕਸ ਇਸ ਵੇਲੇ ਕੰਮ ਕਰ ਰਹੇ ਨੇ, ਔਰ ਹੁਣ ਤੇ ਉਹਨਾਂ ਦਾ ਜਿਹੜਾ ਟਾਈਮ ਹੈਗਾ ਉਹ ਉਹਨਾਂ ਨੇ ਫਿਕਸ ਕਰ ਦਿੱਤਾ। ਬਟ ਇਨੀਸ਼ੀਅਲੀ ਇੱਕ ਨੰਬਰ ਫਿਕਸ ਕਰਤਾ, ਨੰਬਰ ਆਫ ਪੇਸ਼ੈਂਟਸ ਜਿਹੜੇ ਨੇ ਉਹ ਦਿਨ ਦੇ ਫਿਕਸ ਹੋ ਗਏ ਆ। ਪਰ ਜਦੋਂ ਨਹੀਂ ਫਿਕਸ ਸੀਗੇ, ਦਿਨ ਦੇ ਆਲਮੋਸਟ 125 ਤੋਂ ਲੈ ਕੇ 150 ਪੇਸ਼ੈਂਟ ਉੱਥੇ ਜਾਂਦਾ ਸੀ ਔਰ ਉਹਦਾ ਫਾਇਦਾ ਲੈਂਦਾ ਸੀਗਾ। ਸੋ ਗਰਾਊਂਡ ਤੇ ਬਹੁਤ ਸਾਰਾ ਕੰਮ ਹੋ ਰਿਹਾ। ਤੁਸੀਂ ਅੱਜ ਵੀ ਸਕੂਲਸ ਦੇ ਵਿੱਚ ਜਾ ਕੇ ਦੇਖੋ, ਇਸ਼ਤਿਹਾਰ ਤੱਕ ਨਹੀਂ ਸੀਮਿਤ ਰਹਿ ਗਏ। ਤੁਸੀਂ ਮੈਨੂੰ ਸਿਰਫ ਵਿਰੋਧੀਆਂ ਵਾਲੀ ਗੱਲ ਨਾ ਦੱਸੋ, ਮੈਂ ਤਾਂ ਲੋਕਾਂ ਦੀ ਗੱਲ ਦੱਸਦੀ ਹਾਂ, ਮੈਂ ਤਾਂ ਵਿਰੋਧੀਆਂ ਦੀ ਗੱਲ ਹੀ ਨਹੀਂ ਕਰਨੀ। ਉਹ ਮੈਂ ਵਿਰੋਧੀਆਂ ਦਾ ਵਿਰੋਧ ਤੇ ਆਦਤਨ ਵਿਰੋਧ ਹੈ, ਇਸ ਲਈ ਅਸੀਂ ਉਹਨੂੰ ਲੈਣਾ ਨਹੀਂ। ਹੈਲਦੀ ਵਿਰੋਧ ਜਦੋਂ ਕਰਨਗੇ ਉਹਦੇ ਤੇ ਜ਼ਰੂਰ ਅਸੀਂ ਓਪਨ ਹੈਗੇ ਹਾਂ। ਪਰ ਮੈਂ ਤੁਹਾਨੂੰ ਲੋਕਾਂ ਦੀ ਗੱਲ ਦੱਸ ਰਹੀ ਹਾਂ। ਹਾਲ ਹੀ ਵਿੱਚ ਮੈਨੂੰ ਡਿਪਟੀ DO ਮੈਡਮ ਮਿਲੇ ਸੀਗੇ, ਟੀਚਰਸ ਬਹੁਤ ਖੁਸ਼ ਨੇ। ਉਹ ਕਹਿੰਦੇ ਕਿ ਸਾਨੂੰ ਜਿੰਨੀ ਅਹਿਮੀਅਤ ਇੱਕ ਟੀਚਰ ਨੂੰ ਪਹਿਲੇ ਦਿੱਤੀ ਜਾਂਦੀ ਸੀ, ਕਿਉਂਕਿ ਇੱਕ ਇਹੋ ਜਿਹਾ ਪ੍ਰੋਫੈਸ਼ਨ ਸੀ ਜਦੋਂ ਲੋਕ ਕਹਿੰਦੇ ਸੀ ਜੀ ਟੀਚਰ ਜਿਹੜਾ ਹੈ ਗੁਰੂ ਹੁੰਦਾ ਵੀ ਹੈ, ਲੇਕਿਨ ਵਿੱਚ ਇੱਕ ਇਹੋ ਜਿਹਾ ਸਮਾਂ ਆ ਗਿਆ ਕਿ ਟੀਚਰਸ ਦੀ ਕੋਈ ਵੈਲਿਊ ਨਹੀਂ ਸੀ ਕੀਤੀ ਜਾਂਦੀ। ਪਰ ਅੱਜ ਉਹ ਟੀਚਰਸ ਇਹ ਮਹਿਸੂਸ ਕਰ ਰਹੇ ਕਿ ਮੈਮ ਸਾਨੂੰ ਹੁਣ ਲੱਗਦਾ ਹੈ ਕਿ ਸਾਡੀ ਵੈਲਿਊ ਹੈ। 2 ਬੈਚਸ ਟੀਚਰਸ ਦੇ ਜਿਹੜੇ ਨੇ ਉਹ ਸਿੰਗਾਪੁਰ ਲਈ ਇੱਕ ਹੋ ਕੇ ਆ ਗਿਆ ਟ੍ਰੇਨਿੰਗ ਦੇ ਲਈ, ਇੱਕ ਦੂਸਰਾ ਜਿਹੜਾ ਉਹਨਾਂ ਨੂੰ ਵੀ ਸਿਲੈਕਸ਼ਨ ਹੋ ਗਿਆ, ਉਹਨਾਂ ਦਾ ਵੀ ਉਹ ਚਲੇ ਗਏ ਨੇ। ਸੋ ਟੀਚਰਸ ਖੁਸ਼ ਨੇ। ਅਗਰ ਮੈਂ ਗੱਲ ਕਰਾਂ ਡਾਕਟਰਸ ਲੌਬੀ ਦੀ, ਤਾਂ ਡਾਕਟਰ ਕਹਿੰਦੇ ਨੇ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ ਮਾਹੌਲ ਕਦੇ ਨਹੀਂ ਸੀ ਮਿਲਿਆ। ਜਿਹੜੇ ਲੋਕਾਂ ਦੇ ਬਿਜਲੀ ਦੇ ਬਿੱਲ ਫ੍ਰੀ ਆਏ ਨੇ, ਉਹ ਬਿਜਲੀ ਦੇ ਬਿੱਲ ਦੀ ਉੱਤੇ ਗੱਲ ਕਰਨੀ, ਕਿੱਡਾ ਵੱਡਾ ਮਾਈਲਸਟੋਨ ਤੁਸੀਂ ਇਹਨੂੰ ਸਮਝਦੇ ਹੋ ਸਰਕਾਰ? ਦੇਖੋ ਗੱਲ ਇਹ ਹੈਗੀ ਹੈ ਕਿ ਮਾਈਲਸਟੋਨ ਤੇ ਇਹ ਹੈਗਾ ਹੀ ਹੈ। ਪਿਛਲੇ 70 ਸਾਲਾਂ ਦੇ ਵਿੱਚ ਕਿਉਂ ਕੋਈ ਸਰਕਾਰ ਇਹ ਨਹੀਂ ਕਰ ਪਾਈ?
ਤੇ ਜੇ ਨਹੀਂ ਕਰ ਪਾਏ ਅਸੀਂ 1 ਸਾਲ ਦੇ ਵਿੱਚ ਕਰ ਰਹੇ ਹਾਂ, ਵਿਦਿਨ 3 ਮੰਥਸ ਅਸੀਂ ਤਾਂ ਕਰ ਦਿੱਤਾ ਸੀ, ਉਹ ਤਾਂ ਹੁਣ ਉਹ ਨੰਬਰ ਵਧੀ ਜਾ ਰਿਹਾ। ਸੋ ਮਾਈਲਸਟੋਨ ਤੇ ਡੈਫੀਨਿਟਲੀ ਮਾਈਲਸਟੋਨ ਹੈ। ਬਟ ਕੀ ਸਮਝਦੇ ਹੋ ਕਿ ਇੱਕ ਪਰ ਬੀਜੇਪੀ ਇਸ ਨੂੰ ਕਹਿ ਰਹੀ ਕਿ ਰਿਓੜੀਆਂ ਫ੍ਰੀ ਦੀਆਂ ਰਿਓੜੀਆਂ ਦੇਖੋ ਇਹ ਜਿਹੜਾ ਇੱਕ ਵਰਡ ਹੁੰਦਾ ਨਾ ਫ੍ਰੀ ਦੀਆਂ ਰਿਓੜੀਆਂ ਜਾਂ ਫ੍ਰੀਬੀਜ਼, ਮੈਂ ਇਹ ਮੰਨਦੀ ਹਾਂ ਕਿ ਉਹ ਹਾਰੀਆਂ ਹੋਈਆਂ ਪਾਰਟੀਆਂ ਜਿਹੜੀਆਂ ਨੇ ਨਾ ਉਹ ਯੂਜ਼ ਕਰਦੀਆਂ ਨੇ। ਬੇਸਿਕਲੀ ਇਹ ਸੋਸ਼ਲ ਸਿਕਿਉਰਿਟੀ ਹੈ। ਫੋਰਨ ਕੰਟਰੀਜ਼ 'ਚ ਲੋਕ ਸਾਡੇ ਬਹੁਤ ਜਾ ਰਹੇ ਨੇ ਕਿਉਂਕਿ ਇਹੀ ਚੀਜ਼ ਉੱਥੇ, ਇਹ ਕਲਚਰ ਜਿਹੜਾ ਹੈ ਸੋਸ਼ਲ ਸਿਕਿਉਰਿਟੀ ਉੱਥੇ ਇਨਸ਼ੋਰ ਕੀਤੀ ਜਾਂਦੀ ਫॉर ਐਵਰੀ ਸਿਟੀਜ਼ਨ। ਇਸ ਚੀਜ਼ ਨੂੰ ਲੋਕ ਪਸੰਦ ਕਰਦੇ ਨੇ। ਤੇ ਜੇ ਇੱਕ ਇੱਥੇ ਅਜਿਹੀ ਪਾਰਟੀ ਆਈ ਹੈ ਜਿਹੜੀ ਲੋਕਾਂ ਦਾ ਪੈਸਾ, ਠੀਕ ਹੈ, ਇਨ ਵਨ ਵੇ ਔਰ ਦਾ ਅਦਰ ਲੋਕਾਂ ਤੱਕ ਵਾਪਸ ਪਹੁੰਚਾ ਰਹੀ ਹੈ ਜਾਂ ਉਹਨਾਂ ਨੂੰ ਉਹ ਸਹੂਲਤਾਂ ਦੇ ਰਹੀ ਹੈ, ਤੇ ਫ੍ਰੀ ਵੀ ਨਹੀਂ ਹੈ। ਪਰ ਤੁਸੀਂ ਕਹਿ ਰਹੇ ਹੋ ਕਿ ਜਨਤਾ ਖੁਸ਼ ਹੈ, ਪਰ ਸਿਆਸਤਦਾਨ ਕਹਿੰਦੇ ਜਨਤਾ ਖੁਸ਼ ਨਹੀਂ ਹੈ। ਵਿਰੋਧੀ ਕਹਿੰਦੇ ਆ ਜੀ, ਸਿਆਸਤਦਾਨ ਨਹੀਂ, ਵਿਰੋਧੀ ਜਿਹੜੇ ਸਾਡੇ ਨੇ ਉਹ ਇਹ ਕਹਿੰਦੇ ਨੇ ਔਰ ਉਹ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ। ਪਰ ਤੁਸੀਂ ਅਗਰ ਗਰਾਊਂਡ 'ਚ ਜਾ ਕੇ ਦੇਖੋਗੇ ਤਾਂ ਟੀਚਰਸ ਲੌਬੀ ਖੁਸ਼ ਹੈ, ਡਾਕਟਰਸ ਲੌਬੀ ਖੁਸ਼ ਹੈ, ਈਵਨ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਲੋਕ ਨੇ ਉਹ ਵੀ ਇਹ ਮੰਨਦੇ ਆ ਕਿਤੇ ਕਿਤੇ ਕਿ ਸਾਡੇ 'ਚ ਹੁਣ ਉਹ ਪ੍ਰੈਸ਼ਰ ਨਹੀਂ ਹੈ ਸਾਡੇ ਉੱਤੇ, ਕਿਉਂਕਿ ਅੱਗੇ ਕੀ ਸੀ, ਇੰਟਰਫੇਰੈਂਸ ਬਹੁਤ ਸੀ, ਪੋਲੀਟੀਕਲ ਇੰਟਰਫੇਰੈਂਸ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਸੀ, ਹੁਣ ਉਹ ਨਹੀਂ ਹੈ। ਸੋ ਹਰ ਬੰਦਾ ਜਿਹੜਾ ਹੈ ਉਹ ਇੱਕ ਚੰਗਾ ਮਾਹੌਲ ਮਹਿਸੂਸ ਕਰ ਰਿਹਾ ਔਰ ਇਹੀ ਵਾਅਦੇ ਆਮ ਆਦਮੀ ਪਾਰਟੀ ਕਰਦੀ ਸੀ। ਹੋਰ ਖੁਸ਼ਹਾਲ ਪੰਜਾਬ ਕਿਹਨੂੰ ਕਹਿੰਦੇ ਆ? ਜਦੋਂ ਹਰ ਕਿਸੇ ਨੂੰ ਇਹ ਮਹਿਸੂਸ ਹੋਏ ਕਿ ਮੈਂ ਇੱਕ ਚੰਗੇ ਹੈਲਦੀ ਐਨਵਾਇਰਨਮੈਂਟ ਦੇ ਵਿੱਚ ਕੰਮ ਕਰ ਰਿਹਾ ਜਾਂ ਮੇਰੀ ਆਪ ਦੀ ਸਰਕਾਰ ਹੈ, ਮੇਰੀ ਸੁਣਵਾਈ ਹੋ ਜਾਏਗੀ। ਤੁਸੀਂ ਸਕੂਲਾਂ ਦੀ ਗੱਲ ਕੀਤੀ ਹੈ, ਸਰਕਾਰ ਦਾਅਵੇ ਕਰ ਰਹੀ ਕਿ ਸਕੂਲ ਆਫ ਐਮੀਨੈਂਸ ਵਗੈਰਾ ਬਣ ਰਹੇ ਨੇ, ਹੋਰ ਵੀ ਬਹੁਤ ਸਕੂਲਾਂ ਸੁਧਾਰ ਹੋ ਰਿਹਾ, ਬਟ ਫਿਰ ਉਹ ਕੁਝ ਲੋਕ ਉਸ 'ਤੇ ਆਪੱਤੀ ਕਰ ਰਹੇ ਨੇ, ਖਾਸ ਕਰਕੇ ਫਿਰ ਮੈਂ ਵਿਰੋਧੀਆਂ ਦੀ ਗੱਲ ਕਰਕੇ, ਕਿਉਂਕਿ ਇਸ ਵੇਲੇ ਉਹ ਸਵਾਲ ਚੁੱਕ ਰਹੇ ਨੇ ਕਿ 1 ਸਾਲ ਜਿਹੜਾ ਤੁਸੀਂ ਕਹਿੰਦੇ ਹੋ ਇਮਾਨਦਾਰ ਸਰਕਾਰ ਹੈ, ਉਹ ਕਹਿੰਦੇ ਬੇਈਮਾਨ ਸਰਕਾਰ ਹੈ। ਉਹਨਾਂ ਨੇ ਕਿਹਾ ਨਹੀਂ ਹੈ ਵਿਰੋਧੀਆਂ ਦਾ ਕੰਮ ਹੈ, ਪਰ ਉਹ ਕਹਿ ਰਹੇ ਕਿ ਜਿਹੜੇ ਪੁਰਾਣੇ ਸਕੂਲ ਸੀ ਕਾਂਗਰਸ ਦੇ ਟਾਈਮ ਤੇ ਜਿਹੜਾ ਐਜੂਕੇਸ਼ਨ ਲੈਵਲ ਉੱਤੇ ਹੋਇਆ ਸੀ ਉਹਦੇ ਤੇ ਰੰਗ ਰੋਗਨ ਕਰ ਦਿੱਤੇ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹਨੀ, ਜੇ ਆਪਾਂ ਵਿਰੋਧੀਆਂ ਨੂੰ ਡਿਸਕਸ ਕਰਨਾ ਹੈ ਤੇ ਫਿਰ ਆਪਾਂ ਚੰਗੀ ਤਰ੍ਹਾਂ ਕਰਦੇ ਹਾਂ। ਇਹ ਉਹ ਵਿਰੋਧੀ ਨੇ ਜਿਹੜੇ ਕਹਿੰਦੇ ਸੀ ਕਿ ਜੀ ਇਹ ਤੇ ਸੀਟ ਦੇ ਉੱਤੇ ਕੋਈ ਹੋਰ ਆ ਹੀ ਨਹੀਂ ਸਕਦਾ ਜੀ, ਸਾਡੇ ਕਬਜ਼ੇ ਨੇ, ਇਹ ਸੀਟਾਂ ਤੇ ਕਿਤੇ ਨਹੀਂ ਜਾ ਸਕਦੇ। ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਕਿ ਸਾਨੂੰ ਤਾਂ ਡੋਰ ਟੂ ਡੋਰ ਵੀ ਕਰਨ ਦੀ ਲੋੜ ਨਹੀਂ ਹੈ, ਸਾਡੇ ਤੇ ਨਾ ਹੀ ਲੋਕਾਂ ਦੇ ਵਿੱਚ ਇੰਨੇ ਚਰਚਿਤ ਹੈ ਕਿ ਸਾਨੂੰ ਲੋਕਾਂ ਤੱਕ ਜਾਣ ਦੀ ਲੋੜ ਨਹੀਂ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਕਹਿੰਦੇ ਸੀ ਕਿ ਜਿੱਤ ਨਹੀਂ ਸਕਦੇ ਜੀ, ਜਿੱਤਣ ਤੋਂ ਬਾਅਦ ਕਹਿੰਦੇ ਸੀ ਸਰਕਾਰ ਨਹੀਂ ਬਣਨੀ ਇਹਨਾਂ ਕੋਲੋਂ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਉਹਨਾਂ ਨੇ ਤੇ ਇਹੀ ਕੁਝ ਕਹੀ ਜਾਣਾ, ਪਰ ਪੰਜਾਬ ਦੇ ਲੋਕਾਂ ਨੇ ਉਹ ਜੋ ਕਹਿੰਦੇ ਸੀ ਉਹ ਕਿਉਂਕਿ ਬਹੁਤ ਹੰਕਾਰ ਦੇ ਵਿੱਚ ਕਹਿੰਦੇ ਸੀ। ਸੋ ਪੰਜਾਬ ਦੇ ਲੋਕ ਅਜਿਹੇ ਨੇ, ਉਹ ਔਰ ਮਾਨ ਸਾਹਿਬ ਅਕਸਰ ਕਹਿੰਦੇ ਆ ਕਿ ਸਾਡੀ ਜਨਤਾ ਚਾਹੇ ਤੇ ਲੀਡਰ ਅਰਸ਼ ਤੇ ਹੈ, ਜਨਤਾ ਚਾਹੇ ਤੇ ਲੀਡਰ ਫਰਸ਼ ਤੇ ਹੈ। ਇੱਕ ਸਭ ਤੋਂ ਵੱਡਾ ਸੈਟਬੈਕ ਜਿਹੜਾ ਸਾਹਮਣੇ ਆਇਆ ਕਿ ਸਿਮਰਨਜੀਤ ਸਿੰਘ ਮਾਨ ਸੀਟ ਜਿੱਤ ਜਾਂਦੇ ਆ, ਕਿਉਂਕਿ ਇਲੈਕਸ਼ਨ ਤੋਂ ਕੁਝ ਹੀ ਦੇਰ ਬਾਅਦ ਬਾਈ ਇਲੈਕਸ਼ਨ ਹੁੰਦੀ ਹੈ ਤੇ ਉੱਥੇ ਹਾਰ ਹੁੰਦੀ ਹੈ ਆਮ ਆਦਮੀ ਪਾਰਟੀ ਦੀ। ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਉਹਦੇ ਵਿੱਚ ਕੀ ਹੈ ਕਿ ਅਸੀਂ ਕੁਛ ਇੱਕ ਜਿਹੜੀਆਂ ਉਹਦੇ ਵਿੱਚ ਰਹੀਆਂ ਹੋਣਗੀਆਂ ਉਹਦੇ ਤੇ ਅਸੀਂ ਉਹਨੂੰ ਕਵਰ ਅਪ ਕਰਾਂਗੇ ਔਰ ਕੀਤਾ ਵੀ ਹੈ। ਸੋ ਉਹ ਮੈਨੂੰ ਉਹ ਲੱਗਦਾ ਨਹੀਂ ਹੈ ਕਿ ਉਹ ਇੰਨਾ ਵੱਡਾ ਇੱਕ ਫੈਕਟਰ ਹੈ, ਉਹ ਕਵਰ ਅਪ ਹੋ ਵੀ ਚੁੱਕਾ ਹੈ ਕਿਉਂਕਿ ਬਹੁਤ ਥੋੜਾ ਜਿਹਾ ਸਮਾਂ ਸੀਗਾ ਉਦੋਂ। ਔਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਕਰਕੇ ਦਿਖਾ ਦਿੱਤੇ ਐਂਡ ਦੈਟ ਟੂ within a year, you know। ਔਰ ਮੈਂ ਇੱਥੇ ਨਾਲ ਦੱਸਣਾ ਚਾਹੁੰਦੀ ਹਾਂ ਕਿ 26,797 ਨਿਯੁਕਤੀ ਪੱਤਰ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਹੁਣ ਤੱਕ ਦਿੱਤੇ ਜਾ ਚੁੱਕੇ ਹੈ ਜੀ। ਸੋ ਸਾਡਾ ਮੇਨ ਏਜੰਡਾ ਕੀ ਸੀ? ਸਾਨੂੰ ਸਵਾਲ ਕੀਤਾ ਜਾਂਦਾ ਸੀ ਤੁਹਾਡਾ ਸਰਕਾਰ ਦੇ ਵਿੱਚ ਕਿਸ ਏਜੰਡੇ ਦੇ ਉੱਤੇ ਤੁਸੀਂ ਇਲੈਕਸ਼ਨ ਲੜਨਾ ਹੈ? ਸਾਡਾ ਮੇਨ ਏਜੰਡਾ ਹੁੰਦਾ ਸੀਗਾ ਇੰਪਲੋਇਮੈਂਟ ਜਨਰੇਸ਼ਨ। ਸੋ ਇੰਪਲੋਇਮੈਂਟ ਜਨਰੇਸ਼ਨ ਦੇ ਵਿੱਚ ਮੈਂ ਫਿਰ ਬਾਰ-ਬਾਰ ਦੱਸਦੀ ਪਈ ਹਾਂ ਕਿ 26,797 ਨਿਯੁਕਤੀ ਪੱਤਰ 1 ਸਾਲ ਦੇ ਵਿੱਚ ਦੇ ਦੇਣੇ। ਇੱਕ ਗੱਲ ਬਹੁਤ ਕਲੀਅਰ ਹੈ ਕਿ ਕੰਮਾਂ ਦੇ ਵਿੱਚ ਕਿਤੇ ਥੋੜੀ ਦੇਰ ਸਵੇਰ ਹੋ ਸਕਦੀ ਹੈ, ਪਰ ਨੀਅਤ ਤੇ ਨੀਤੀ ਆਮ ਆਦਮੀ ਪਾਰਟੀ ਦੀ ਬਹੁਤ ਕਲੀਅਰ ਹੈ। ਇੱਕ ਸਵਾਲ ਹੋਰ ਲਾਂਗੇ ਕਿ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ, ਪੁਲਿਸ ਦੀ ਮਨੋਬਲ ਦੀ ਗੱਲ ਕੀਤੀ ਹੈ, ਬਟ ਜਿਸ ਤਰ੍ਹਾਂ ਅਜਨਾਲੇ ਹਿੰਸਾ ਹੁੰਦੀ ਹੈ, ਇੱਕ ਸਵਾਲ ਖੜਾ ਹੋ ਰਿਹਾ ਹੈ ਕਿ ਆਖਿਰਕਾਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਅੰਮ੍ਰਿਤਪਾਲ ਸਿੰਘ ਨਾਲ? ਦੇਖੋ ਮੈਂ ਕਹਿੰਦੀ ਇਹਦੇ ਵਿੱਚ ਪੁਲਿਸ ਨੇ ਬਹੁਤ ਸੈਂਸਿਬਲੀ ਉਸ ਇਸ਼ੂ ਨੂੰ ਹੈਂਡਲ ਕਰ ਲਿਆ, ਅਦਰਵਾਈਜ਼ ਉਹ ਕੁਝ ਹੋਰ ਬਣ ਜਾਣਾ ਸੀਗਾ। ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਬਰਗਾੜੀ ਕਿੰਨੇ ਸਾਲ ਪਹਿਲੇ ਬਰਗਾੜੀ ਇਸ਼ੂ ਹੋਇਆ, ਸਾਡੇ ਕੋਲੋਂ ਅੱਜ ਵੀ ਜਿਹੜਾ ਹੈ ਅਸੀਂ ਅੱਜ ਵੀ ਉੱਥੇ ਖੜੇ ਹਾਂ, ਬਰਗਾੜੀ ਦਾ ਇਸ਼ੂ ਵੀ ਅਜੇ ਚੱਲ ਰਿਹਾ। ਸੋ ਅਨਦਰ ਇਸ਼ੂ ਉਹ ਜਿਹਾ ਉਹ ਜਿਹੜਾ ਹੈ ਉਹ ਪੰਜਾਬ ਪੁਲਿਸ ਨੂੰ ਮੈਂ ਕਹਿੰਦੀ ਹੈਟਸ ਆਫ ਟੂ ਦੈਮ ਕਿ ਉਹਨਾਂ ਨੇ ਉਹਨੂੰ ਉੱਧਰ ਦਾ ਟਰਨ ਨਹੀਂ ਦੇਣ ਦਿੱਤਾ ਔਰ ਬੜੇ ਸੁਚੱਜੇ ਤਰੀਕੇ ਦੇ ਨਾਲ ਉਹਨੂੰ ਸਮੇਟ ਲਿਆ। ਬਾਕੀ ਜੋ ਬਣਦੀ ਕਾਰਵਾਈ ਹੈਗੀ ਹੈ, ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦੀ ਆੜ ਦੇ ਵਿੱਚ ਇਹੋ ਜਿਹਾ ਕੰਮ ਕਦੇ ਵੀ ਕਰਨਾ ਨਹੀਂ ਚਾਹੀਦਾ। ਅਸੀਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿੰਦੇ ਹਾਂ
ਪਰ ਗੁਰੂ ਸਾਹਿਬ ਨੂੰ ਅਸੀਂ ਕਿਸ ਕੰਮ ਲਈ ਵਰਤਦੇ ਪਏ ਆ, ਇਹ ਕਦੇ ਵੀ ਹੋਣਾ ਨਹੀਂ ਚਾਹੀਦਾ। ਮੈਮ ਆਉਣ ਵਾਲੇ ਸਮੇਂ 'ਚ ਕੀ ਤੋਹਫਾ ਜਿਹੜਾ ਲੋਕਾਂ ਨੂੰ ਮਿਲਣ ਜਾ ਰਿਹਾ, ਕਿਉਂਕਿ 1 ਸਾਲ ਪੂਰਾ ਹੋ ਗਿਆ, ਕਿਉਂਕਿ ਚੁਣੌਤੀਆਂ ਬਹੁਤ ਨੇ। 1000 ਰੁਪਏ ਜਨਾਨੀਆਂ ਨੂੰ ਦੇਣ ਦੀ ਗੱਲ ਕੀਤੀ ਸੀ, ਉਹ ਵੀ ਹਲੇ ਪੈਂਡਿੰਗ ਹੈ। ਹੋਰ ਵੀ ਬਹੁਤ ਸਾਰੇ ਜਿਹੜੇ ਅਜੇ 1 ਸਾਲ ਦੇ ਵਿੱਚ ਜਿਹੜੀਆਂ ਇੰਨੀਆਂ ਸਾਰੀਆਂ ਉਪਲਬਧੀਆਂ ਹੈਗੀਆਂ ਉਹਨਾਂ ਨੂੰ ਵੀ ਡਿਸਕਸ ਕਰਨਾ ਚਾਹੀਦਾ। ਪਰ ਹੈਵਿੰਗ ਸੈਡ ਦੈਟ ਬਹੁਤ ਜਲਦੀ ਜਿਹੜੀ ਸਾਡੀ 30 ਗਾਰੰਟੀ ਸੀਗੀ ਮਹਿਲਾਵਾਂ ਦੇ ਲਈ, ਉਹ ਵੀ ਬਹੁਤ ਜਲਦੀ ਪੂਰੀ ਕੀਤੀ ਜਾਏਗੀ। ਔਰ ਮੇਰਾ ਖਿਆਲ ਵਾਹਿਦ ਪਹਿਲਾ ਸੀਐਮ ਹੋਏਗਾ ਸਰਦਾਰ ਭਗਵੰਤ ਸਿੰਘ ਮਾਨ, ਜਿਹੜੀ ਬਹੁਤ ਐਗਰੈਸਿਵਲੀ ਕੰਮ ਕਰ ਰਹੇ ਆ। ਮੇਰੇ ਖਿਆਲ ਦਿਨ 'ਚ 2 ਤੋਹਫੇ, ਦਿਨ 'ਚ ਕੁਛ ਨਾ ਕੁਛ ਨਵਾਂ, ਬਹੁਤ ਐਗਰੈਸ਼ਨ। ਇੱਕ ਚੀਜ਼ ਆਮ ਆਦਮੀ ਪਾਰਟੀ 'ਚ ਨਜ਼ਰ ਆਈ ਹੈ ਕਿ ਜਦੋਂ ਵੀ ਸਰਕਾਰਾਂ ਬਣਦੀਆਂ ਸੀ ਸਾਲ ਭਰ ਤੇ ਉਹਨਾਂ ਦਾ ਹਨੀਮੂਨ ਪੀਰੀਅਡ ਚੱਲਦਾ ਰਹਿੰਦਾ ਸੀ, ਲੇਕਿਨ ਇਸ ਸਰਕਾਰ ਦੇ ਵਿੱਚ ਹੈਗਾ ਕਿ ਐਕਟੀਵਿਟੀ ਲਗਾਤਾਰ ਚੱਲਦੀ। ਮੈਂ ਨਾਲ ਇੱਥੇ ਦੱਸਣਾ ਚਾਹੁੰਦੀ ਹਾਂ, ਮੈਂ ਦੱਸ ਨਹੀਂ ਸਕਦੀ ਟਿਪਸ ਤੇ ਕਿ ਸਾਡੀਆਂ ਕਿੰਨੀਆਂ ਮੀਟਿੰਗ ਸੀਐਮ ਸਾਹਿਬ ਲੈ ਚੁੱਕੇ ਆ। ਅੱਛਾ, ਲੈਂਦੇ ਨੇ? ਬਿਲਕੁਲ। ਔਰ ਅਸੈਸਿਬਿਲਿਟੀ ਤੇ ਮੈਨੂੰ ਨਹੀਂ ਲੱਗਦਾ ਕੋਈ ਸੀਐਮ ਸਾਹਿਬ ਪਹਿਲਾਂ ਲੱਭਦੇ ਸੀਗੇ। ਅੱਜ ਅਸੀਂ ਕਾਲ ਕਰਦੇ ਹਾਂ ਕਿ ਸਾਨੂੰ ਸੀਐਮ ਸਾਹਿਬ ਨੂੰ ਮਿਲਣਾ ਹੈ, ਅਸੀਂ ਉਸੇ ਟਾਈਮ ਜਾ ਕੇ ਮਿਲ ਸਕਦੇ ਹਾਂ। ਡਿਸਕਸ ਹੁੰਦੀ ਐਕਚੁਅਲੀ ਯੈਸ, ਬਿਲਕੁਲ ਹੁੰਦੇ। ਤੁਹਾਡਾ ਤੇ ਸਪੈਸ਼ਲ ਹੁੰਦਾ ਹੋਏਗਾ ਕਿਉਂਕਿ ਤੁਸੀਂ ਮੈਂ ਜਦੋਂ ਵੀ ਜਾ ਕੇ ਮੈਂ ਜਦੋਂ ਕਹਿ ਦਾਂਗੇ ਮਾਨ ਸਾਹਿਬ ਨੂੰ ਕਿ ਸਰ ਮੈਨੂੰ ਥੋੜਾ ਜਿਹਾ ਇਹ ਕੰਮ ਹੈ ਜਾਂ ਮੈਂ ਡਿਸਕਸ ਕਰਨਾ ਹੈ, ਹੀ ਇਜ਼ ਆਲਵੇਜ਼ ਓਪਨ ਟੂ ਦੈਟ। ਔਰ ਕਿਸੇ ਨੂੰ ਇਸ ਤਰ੍ਹਾਂ ਦੀ ਸਾਡੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਹੈ, ਔਰ ਜਵਾਬਦੇਹੀ ਹੈ ਯੈਸ। ਔਰ ਚੰਗਾ ਵੀ ਲੱਗਦਾ ਹੈ ਕਿ ਅਸੀਂ ਦੂਜੀ ਪਾਰਟੀਆਂ ਵਰਗੇ ਐਮਐਲਏ ਨਹੀਂ ਹੈਗੇ ਕਿ ਐਮਐਲਏ ਬਣ ਗਏ ਤੇ ਉਸ ਤੋਂ ਬਾਅਦ ਭੁੱਲ ਜਾਓ। ਔਰ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦੀ ਹਾਂ ਕਿ ਮੇਰਾ ਤਾਂ ਹਲਕਾ ਪਹਿਲਾਂ ਨਾਰਥ ਸੀਗਾ ਤੇ ਮੈਂ ਤਾਂ ਜਿੱਤਣ ਤੋਂ ਬਾਅਦ ਤੁਸੀਂ ਦੇਖੋਗੇ ਮੈਂ ਆਪਣਾ ਹਲਕਾ ਵੀ ਸ਼ਿਫਟ ਕਰ ਲਿਆ, ਮੈਂ ਆਪਣਾ ਰੈਜ਼ੀਡੈਂਸ ਵੀ ਇੱਥੇ ਲੈ ਆਂਦਾ। ਸੋ ਇਹਦਾ ਮਤਲਬ ਸਿਰਫ ਇੱਕ ਹੈ ਕਿ ਅਸੀਂ ਲੋਕਾਂ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਲੋਕਾਂ ਦੇ ਕੰਮ ਕਰਨਾ ਚਾਹੁੰਦੇ ਹਾਂ। ਫਿਰ ਬਾਰ-ਬਾਰ ਮੈਂ ਕਹਿੰਨੀ ਕਿ ਦੇਰ ਸਵੇਰ ਹੋ ਸਕਦੀ ਹੈ, ਪਰ ਇੰਟੈਂਸ਼ਨ ਸਾਡੀ ਬਹੁਤ ਕਲੀਅਰ ਹੈ ਕਿ ਅਸੀਂ ਡਿਲੀਵਰ ਕਰਨਾ ਹੈ। ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਕੀ ਤੋਹਫਾ ਦੇਣ ਜਾ ਰਹੀ ਹੈ ਆਮ ਆਦਮੀ ਪਾਰਟੀ? ਮੈਂ ਦੱਸ ਰਹੀ ਹਾਂ ਤੁਹਾਨੂੰ ਕਿ ਰੋਜ਼ ਤੋਹਫੇ ਅਨਾਉਂਸ ਹੋ ਰਹੇ ਆ। ਬਸ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾ ਰਹੇ ਹਾਂ, ਖੁਸ਼ਹਾਲੀ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ। ਤੁਸੀਂ ਇੱਕ ਚੀਜ਼ ਜਿਹੜੀ ਹੋਰ ਮੈਂ ਮੈਂਸ਼ਨ ਕਰਨੀ ਚਾਹੁੰਦੀ ਹਾਂ ਕਿ ਜਿਹੜਾ ਸਾਡਾ ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ਹੋਇਆ ਆਲ ਪੰਜਾਬ, ਬਹੁਤ ਮਨ ਖੁਸ਼ ਹੋਇਆ। ਪਲੇਗਰਾਊਂਡਸ ਭਰੀਆਂ ਪਈਆਂ ਸੀ ਐਂਡ ਐਵਰੀ ਏਜ ਗਰੁੱਪ, ਹਰ ਏਜ ਗਰੁੱਪ ਦੇ ਲਈ ਸੀ ਉਹ। ਸੋ ਅੱਛੇ ਪਾਸੇ ਜਾ ਰਹੇ ਹਾਂ। ਅਗਰ ਜਿਸ ਸੂਬੇ ਦਾ ਯੂਥ ਜਿਹੜਾ ਹੈ ਅਗਰ ਉਹਨੂੰ ਇੱਕ ਡਾਇਰੈਕਸ਼ਨ ਮਿਲ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਸੂਬਾ ਜਿਹੜਾ ਉਹ ਤਰੱਕੀ ਵੱਲ ਜਾਣਾ ਸ਼ੁਰੂ। ਚੰਗੀ ਗੱਲ ਹੈ ਕਿ ਖੇਡਾਂ ਵਿੱਚ ਧਿਆਨ ਦੇਣਾ ਚਾਹੀਦਾ, ਪਰ ਵਿਰੋਧੀ ਫਿਰ ਉਸੇ ਗੱਲ ਤੇ ਲਿਆਉਂਦੇ ਜੀ ਨਸ਼ਾ ਵੱਧ ਗਿਆ। ਮਤਲਬ ਕਾਰਨ ਟਾਰਗੇਟ ਕਿਉਂ ਕੀਤਾ ਜਾਂਦਾ, ਲਗਾਤਾਰ ਕਿਉਂ ਟਾਰਗੇਟ ਕੀਤਾ ਜਾਂਦਾ? ਕਿਉਂਕਿ ਉਹਨਾਂ ਕੋਲ ਪਹਿਲੀ ਗੱਲ ਤੇ ਕੋਈ ਕੰਮ ਨਹੀਂ, ਔਰ ਦੂਜੀ ਗੱਲ ਇਹ ਕਿ ਉਹਨਾਂ ਕੋਲੋਂ ਵੇਖ ਕੇ ਜਰਿਆ ਨਹੀਂ ਜਾ ਰਿਹਾ ਕਿ ਇਹ ਇੰਨਾ ਕੰਮ ਕਿਵੇਂ ਕਰੀ ਜਾ ਰਹੇ ਆ। ਜਿੰਨਾ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦਾ ਫੇਲਿਅਰ ਪ੍ਰੂਵ ਹੋ ਰਿਹਾ ਨਾ ਕਿ ਉਹਨਾਂ ਨੇ ਨਹੀਂ ਕੀਤਾ। ਦੈਟ ਮੀਨਸ ਕਿ ਉਹਨਾਂ ਕੋਲ ਕੰਮ ਕਰਨ ਦੀ ਨੀਅਤ ਨਹੀਂ ਸੀ, ਇਹ ਤਾਂ ਪ੍ਰੂਵ ਹੋ ਰਿਹਾ ਨਾ। ਬਾਈ ਇਲੈਕਸ਼ਨ ਆ ਰਹੀ ਹੈ ਹੁਣ, ਫਿਰ ਜਲੰਧਰ ਦੀ ਤੇ ਨਾਲ ਕਾਉਂਸਲਰ ਚੋਣਾਂ ਆ ਰਹੀਆਂ, ਕੀ ਕਹੋਗੇ? ਤਿਆਰੀ ਕਰ ਰਹੇ ਹਾਂ ਜੀ ਬਿਲਕੁਲ, ਔਰ ਵਧੀਆ ਤਰੀਕੇ ਜਿੱਤਾਂਗੇ ਸਾਰੀਆਂ। ਤੇ ਆਮਨੇ ਸਮਝ 1000 ਰੁਪਏ ਕਦੋਂ ਤੱਕ ਮਿਲਣ ਦੀ ਉਮੀਦ? ਬਹੁਤ ਜਲਦੀ ਹੋ ਜਾਏਗਾ। ਜਿੱਦਾਂ ਦੇਖੋ ਲੈਵਲ ਤੇ ਡਿਸਕਸ ਹੋਇਆ ਜੀ। ਹਾਂਜੀ, ਅਸੀਂ ਅਕਸਰ ਡਿਸਕਸ ਹੁੰਦਾ ਰਹਿੰਦਾ ਹੈ। ਔਰ ਬਸ ਰਿਸੋਰਸਸ ਜਨਰੇਟ ਹੋ ਰਹੇ ਉਹਦੇ ਲਈ ਵੀ, ਕਿਉਂਕਿ ਸਾਡੇ ਜਿਹੜੇ ਹੁਣੇ ਤੁਸੀਂ ਕਹਿਣਾ ਇਸ ਤੋਂ ਪਹਿਲੇ ਵਿਰੋਧੀ ਮੈਂ ਆਪ ਹੀ ਕਹਿ ਦਿੰਦੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੀ ਸੂਬੇ ਦੇ ਉੱਤੇ ਬਰਡਨ ਹੈ। ਪਰ ਯੈਸ, ਆਮ ਆਦਮੀ ਪਾਰਟੀ ਪਹਿਲੇ ਰਿਸੋਰਸ ਜਨਰੇਟ ਕਰਦੀ ਹੈ, ਉਸ ਤੋਂ ਬਾਅਦ ਅਸੀਂ ਅਨਾਉਂਸ ਕਰਦੇ ਹਾਂ। ਸੋ ਅਸੀਂ ਸੂਬੇ ਦੇ ਉੱਤੇ ਬਰਡਨ ਨਹੀਂ ਪਾਉਂਦੇ। ਸ਼ੁਕਰੀਆ ਜੀ। ਤਾਂ ਇਹ ਸਨ ਜੀਵਨਜੋਤ ਕੌਰ ਜਿਨ੍ਹਾਂ ਨਾਲ ਅੱਜ ਅਸੀਂ ਇੱਕ ਹੈਲਦੀ ਚਰਚਾ ਕੀਤੀ ਹੈ ਤੇ 1 ਸਾਲ ਦੀ ਜਿਹੜੀ ਉਪਲਬਧੀ ਸੀ ਉਹਨਾਂ ਨੇ ਦੱਸਿਆ, ਤੇ ਉਸ ਤੋਂ ਬਾਅਦ ਜਿਹੜੇ ਵਿਰੋਧੀਆਂ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਉਹਦੇ ਤੇ ਵੀ ਉਹਨਾਂ ਨੇ ਖੁੱਲ੍ਹ ਕੇ ਜਵਾਬ ਦਿੰਦੇ ਹੋਏ ਨਜ਼ਰ ਆਏ ਨੇ। ਪਰ ਫਿਲਹਾਲ ਅਗਰ ਗੱਲ ਕਰੀਏ ਤਾਂ 1 ਸਾਲ ਪੂਰਾ ਹੋ ਚੁੱਕਾ ਹੈ। ਹੁਣ ਅਗਲੇ ਸਾਲ ਇੰਤਜ਼ਾਰ ਹੈ ਕਿ ਮਹਿਲਾਵਾਂ ਨੂੰ 1000 ਰੁਪਇਆ ਪਰ ਮਹੀਨੇ ਦੀ ਜਿਹੜੀ ਰਾਸ਼ੀ ਦਾ ਵਾਅਦਾ ਕੀਤਾ ਗਿਆ ਸੀ ਉਹ ਕਦੋਂ ਮਿਲਦੀ ਹੈ। ਲੇਕਿਨ ਫਿਲਹਾਲ ਇੱਕ ਸਫਲ ਸਾਲ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਇਸ ਨੂੰ ਦੇਖਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।